ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਜਿਸ ਸਮੇਂ ਗੁਰੂ ਮਹਾਰਾਜ ਜੀ ਰਾਏਪੁਰ ਦੀ ਰਾਣੀ ਤੋਂ ਵਿਦਾ ਹੋ ਕੇ ਗੁਰੂ ਸਾਹਿਬ ਆਪਣੇ ਡੇਰੇ ਆਏ, ਜੋ ਮਾਣਕ ਟਾਵਰੇ ਸੀ, ਜਿੱਥੇ ਗੁਰੂ ਜੀ ਦੀ ਯਾਦ ਵਿੱਚ ਹੁਣ ਵੀ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ। ਇੱਥੋਂ ਵਿਦਾ ਹੋ ਕੇ ਆਪ ਅਗਲਾ ਮੁਕਾਮ ਟੋਡੇ ਪਿੰਡ ਆ ਕੀਤਾ। ਸ਼ਾਮ ਦਾ ਵੇਲਾ ਸੀ, ਰਹਿਰਾਸ ਸਾਹਿਬ ਆਰੰਭ ਹੋਣ ਦਾ ਸਮਾਂ ਸੀ। ਗੁਰੂ ਮਹਾਰਾਜ ਆਪਣੇ ਡੇਰੇ ਤੋਂ ਦੀਵਾਨ ਵੱਲ ਜਾ ਰਹੇ ਸਨ ਕਿ ਇੱਕ ਬ੍ਰਿਕਸ਼ ਹੇਠਾਂ ਇੱਕ ਤਪੀ ਸਮਾਧੀ ਲਾਈ ਬੈਠਾ ਸੀ। ਸਤਿਗੁਰ ਜੀ ਨੇੜੇ ਆ ਕੇ ਉਸ ਨੂੰ ਤੱਕਦੇ ਖੜੇ ਹੋ ਗਏ। ਕੁਝ ਦੇਰ ਖੜੇ ਰਹਿਣ ਬਾਅਦ ਉਸ ਤਪੀ ਦੇ ਨੈਣ ਖੁੱਲ੍ਹ ਆਏ। ਉਹ ਸਾਹਮਣੇ ਕੀ ਦੇਖਦਾ ਹੈ ਕਿ ਸ਼ਾਮ ਸੁੰਦਰ ਜੀ ਆ ਗਏ ਹਨ ਤੇ ਉਸ ਦੇ ਸਾਹਮਣੇ ਖੜੇ ਹਨ, ਤੇ ਉਸ ਨੂੰ ਇੰਜ ਲੱਗਾ ਕਿ ਅੱਜ ਮੇਰਾ ਤਪ ਸਿਰੇ ਚੜ ਗਿਆ ਹੈ ਕਿ ਸ਼੍ਰੀ ਕ੍ਰਿਸ਼ਨ ਜੀ ਆ ਗਏ ਹਨ। ਬੇਵੱਲ ਹੋ ਕੇ ਉੱਠਿਆ ਤੇ ਚਰਨਾਂ ਨਾਲ ਲਿਪਟ ਗਿਆ। ਸਾਹਿਬਾਂ ਨੇ ਕਮਾਨ ਮੋਢੇ ਤੇ ਚਾਈ ਤੇ ਪਿੱਠ ਤੇ ਉਸਦੀ ਨੋਕ ਫੇਰੀ। ਜਿਉਂ-ਜਿਉਂ ਕਮਾਨ ਫਿਰੇ ਉਸ ਨੂੰ ਠੰਡ ਪਈ। ਵਰ੍ਹਿਆਂ ਦੇ ਤਪ ਹੱਠ ਵਿੱਚ ਜੋ ਰਸ ਉਸਨੇ ਕਦੇ ਤਜਰਬਾ ਨਹੀਂ ਸੀ ਕੀਤਾ, ਉਸ ਨੂੰ ਇਹ ਸ਼ੋਅ ਵਿੱਚ ਆ ਰਿਹਾ ਸੀ। ਕੁਝ ਚਿਰ ਬਾਅਦ ਸਾਹਿਬਾਂ ਨੇ ਕਮਾਨ ਮੁੰਡੇ ਧਰ ਲਈ ਤੇ ਸੱਜੇ ਪਾਸਿਓਂ ਨਿਉਕੇ ਆਪਣੇ ਹੱਥ ਨਾਲ ਉਸਦੇ ਮੁੰਡੇ ਨੂੰ ਫੜ ਕੇ ਖੜਾ ਕਰ ਲਿਆ ਤੇ ਆਖਿਆ, ਭਾਈ ਤਪੀਆ, ਕੀ ਲੋੜਦਾ ਹੈ? ਤਪੀ ਕਹਿਣ ਲੱਗਾ, ਹੇ ਹਰੀ, ਮੈਂ ਨਹੀਂ ਜਾਣਦਾ ਮੈਂ ਕੀ ਲੋੜਦਾ ਹਾਂ। ਗ੍ਰਸਤੀ ਜੀਵਨ ਤੋਂ ਤੰਗ ਆ ਕੇ ਮੈਂ ਸਾਧੂ ਹੋਇਆ ਸਾਂ। ਸਾਧੂ ਹੋ ਕੇ ਤਪ ਸਾਧੇ। ਜੋਗੀ ਰਾਜ ਕਹਿੰਦੇ ਸਨ ਕਿ ਤਪ ਤਾਓ ਤਾਂ ਸਦਾ ਸ਼ਿਵ ਵਿੱਚ ਪਹੁੰਚ ਹੁੰਦੀ ਹੈ, ਪਰ ਕੁਝ ਨਾ ਬਣਿਆ ਤਾਂ ਹੋਰ ਸਾਧੂ ਸੇਵੇ। ਉਹਨਾਂ ਨੇ ਵੀ ਤਪ ਹੀ ਦੱਸਿਆ। ਗੁਰੂ ਮਹਾਰਾਜ ਤਪ ਕਰਦਿਆਂ ਆ ਦਿਨ ਆ ਗਿਆ। ਸ਼ਿਵ ਭਗਵਾਨ ਦੇ ਦਰਸ਼ਨ ਨਹੀਂ ਹੋਏ ਅਤੇ ਨਾ ਹੀ ਮੈਨੂੰ ਹਰੀ ਮਿਲੇ। ਅੱਜ ਇਹ ਹਰੀ ਆਪ ਆ ਮਿਲੇ ਹੋ। ਤਪ ਸਫਲ ਹੋ ਗਿਆ ਹੈ। ਆਪ ਦੀ ਛੋਹ ਨਾਲ ਕੋਈ ਅਗੰਮੀ ਸੁਆਦ ਆਇਆ ਹੈ। ਧੰਨ ਹੋ ਆਪ, ਧੰਨ ਹੋ ਹੇ ਹਰੀ। ਗੁਰੂ ਜੀ ਤਪੀ ਪੁਰਖ ਨੂੰ ਕਹਿਣ ਲੱਗੇ, ਮੈਂ ਤਾਂ ਪਰਮ ਪੁਰਖ ਦਾ ਦਾਸ ਹਾਂ, ਪਰ ਮੇਰੇ ਵਿੱਚ ਉਸ ਦਾ ਨਿਰੰਤਰ ਵਾਸ ਹੈ। ਮੇਰੀ ਛੋਹ ਵਿੱਚ ਉਹ ਹੈ, ਉਸ ਦਾ ਸਰੂਪ ਆਨੰਦ ਹੈ। ਹਾਂ, ਰਸ ਰੂਪ ਹੈ। ਉਹ ਤਾਂ ਮੈਨੂੰ ਮੇਰੀ ਛੋਹ ਵਿੱਚ ਰਸ ਝਰਨਾਹਟ ਛਿੜੀ ਹੈ। ਗੁਰੂ ਮਹਾਰਾਜ ਜੀ ਤਪੀ ਨੂੰ ਕਹਿਣ ਲੱਗੇ, ਤੂੰ ਇੰਨੇ ਵਰ੍ਹੇ ਤਪ ਕੀਤਾ, ਪਰ ਤੇਰਾ ਤਪ ਨਹੀਂ ਫਲਿਆ। ਪਰ ਤੇਰੇ ਤਪ ਕਰਨ ਵਿੱਚ ਜਿਹੜੀ ਬਿਰਹੋਂ ਦੀ ਸੱਚਾਈ ਤੇ ਤੜਫ ਸੀ, ਉਹ ਫਲੀ ਹੈ। ਹਾਂ, ਤਪ ਵੀ ਮਾੜਾ ਨਹੀਂ ਜੇ ਸੇਧ ਦਰੁਸਤ ਹੋਵੇ ਤਾਂ। ਭਾਈ, ਜੇ ਸੇਧ ਠੀਕ ਨਾ ਹੋਵੇ, ਅੰਦਰ ਰੁਚੀ ਸਾਈਂ ਮੇਲ ਦੀ ਨਾ ਹੋਵੇ, ਉਸ ਪਰਮ ਪੁਰਖ ਪਰਮੇਸ਼ਵਰ ਦੇ ਨਾਲ ਪਿਆਰ ਨਾ ਹੋਵੇ, ਲਗਨ ਨਾ ਹੋਵੇ, ਤਾਂ ਹੱਠ ਕਰਨ, ਤਪ ਕਰਨ ਦਾ ਕੋਈ ਫਲ ਨਹੀਂ ਹੈ। ਜੇ ਅੰਦਰ ਪ੍ਰੇਮ ਹੋਵੇ, ਗੁਰੂ ਲਈ ਸਨੇਹ ਹੋਵੇ, ਤਦ ਤਪ ਕਰਨ ਦਾ ਫਲ ਹੈ। ਨਹੀਂ ਤਾਂ ਤਪ ਨਿਰਾ ਸਰੀਰ ਨੂੰ ਕਸ਼ਟ ਦੇਣ ਦਾ ਇੱਕ ਸਾਧਨ ਹੈ। ਜੇਕਰ ਮੁਹੱਬਤ ਕਿਸੇ ਤਪੀ ਜਾਂ ਤਪ ਨਾਲ ਨਾ ਹੋਈ ਹੋਵੇ ਤਾਂ ਕੋਈ ਵਿਦਵਾਨ ਮਿਲ ਜਾਵੇ, ਉਸ ਦੇ ਸੰਗ ਕਾਂਸੀ ਜਾ ਵਸੇ। ਜਥਾ ਕਰ ਦਰਸ਼ਨ ਸ਼ਾਸਤਰ ਵਾਚੇ, ਜੋਖੇ ਤੇ ਵੇਦ ਵਿਚਾਰੇ, ਤਾਂ ਬੁੱਧੀ ਚਤਰ ਹੋ ਗਈ, ਪਰ ਸਾਰ ਸੋਝੀ ਕੋਈ ਨਾ ਪਈ। ਕਿਉਂਕਿ ਅੰਦਰ ਸਾਈਂ ਦੀ ਸੇਧ ਨਾਲ ਉਸ ਨੂੰ ਪ੍ਰਾਪਤ ਕਰਨ ਦੀ ਰੁਚੀ ਹੀ ਨਹੀਂ ਸੀ। ਮਨ ਵਿਦਿਆ ਦੀ ਕਾਖ ਵਿੱਚ ਰਿਹਾ, ਪਰ ਮਨ ਅੰਦਰ ਪ੍ਰਭੂ ਦਾ ਪ੍ਰੇਮ ਤਾਂ ਫਲਿਆ ਹੀ ਨਹੀਂ, ਲੱਗਾ ਹੀ ਨਹੀਂ। ਪ੍ਰਭੂ ਨਾਲ ਸਨੇਹ ਤੇ ਪਿਆਰ ਹੀ ਨਾ ਬਣਿਆ ਤਾਂ ਸਖਤ ਤਪ ਕਰਨ ਦਾ ਵੀ ਕੋਈ ਫਲ ਨਹੀਂ ਹੁੰਦਾ। ਜੇਕਰ ਬਿਨਾਂ ਵਿਚਾਰੇ ਹੀ, ਬਿਨਾਂ ਪਿਆਰ ਦੇ ਹੀ ਵੇਦ ਸ਼ਾਸਤਰਾਂ ਦਾ ਗਿਆਨ ਕਰ ਲਿਆ, ਪਰ ਪ੍ਰਭੂ ਦੇ ਪ੍ਰਤੀ ਪ੍ਰੇਮ ਹੀ ਨਾ ਉਤਪੰਨ ਹੋਇਆ, ਤਾਂ ਵੇਦ ਸ਼ਾਸਤਰ ਪੜ੍ਹੇ ਵੀ ਕਿਸੇ ਫਲ ਨਹੀਂ ਆਉਂਦੇ।
ਇਸ ਤਰ੍ਹਾਂ ਜੇਕਰ ਪ੍ਰਭੂ ਪਰਮਾਤਮਾ ਨਾਲ ਹਿਰਦੇ ਅੰਦਰ ਪ੍ਰੇਮ ਨਾ ਹੋਵੇ ਤਾਂ ਹਠ ਜਪ ਤਪ ਕਰਨ ਦਾ ਕੋਈ ਫਲ ਨਹੀਂ ਹੁੰਦਾ। ਗੁਰੂ ਮਹਾਰਾਜ ਜੀ ਤਪੀ ਨੂੰ ਗਿਆਨ ਕਰਨ ਲਈ ਸਮਝਾਉਂਦੇ ਹਨ, ਆਖਦੇ ਹਨ, ਜੇ ਕਿਸੇ ਸ਼ੁਭ ਕਰਮੀ ਕੀ ਕਰਮ ਕਾਂਡੀ ਦੀ ਮੁਹੱਬਤ ਮਿਲ ਗਈ ਤਾਂ ਕਰਮ ਦੇ ਚੱਕਰ ਵਿੱਚ ਪੈ ਗਏ। ਸਭ ਤੋਂ ਉੱਤਮ ਕਰਮ ਸੀ ਦਾਨ, ਸੋ ਦਾਨ ਦੇ ਕੇ ਧਨ ਧਾਮ ਗਵਾ ਲਏ, ਪਰ ਉਹ ਹਰੀ ਵਸ ਨਾ ਹੋਇਆ। ਮਨ ਦੀ ਸੇਧ ਪਰਮਾਤਮਾ ਵੱਲ ਨਹੀਂ ਸੀ। ਦਾਨ ਉਸਨੇ ਨਿਮਿਤ ਨਹੀਂ ਸਨ ਦਿੱਤੇ। ਉਸ ਜੀਵ ਨੇ ਧਨ ਦਾਨ ਤਾਂ ਜ਼ਰੂਰ ਕਰ ਦਿੱਤਾ, ਪਰ ਧਨ ਦਾਨ ਕਰਕੇ ਮਨ ਵਿੱਚ ਹੰਕਾਰ ਤੇ ਹਉਮੈ ਆ ਗਈ। ਦਾਨ ਕਰਕੇ ਮਨ ਵਿੱਚ ਨਿਮਰਤਾ ਨਹੀਂ ਆਈ ਤਾਂ ਪਰਮਾਤਮਾ ਨਹੀਂ ਪ੍ਰਾਪਤ ਹੁੰਦਾ। ਜੇਕਰ ਜੀਵ ਦਾਤੇ ਦੀ ਥਾਂ ਮੰਗਤਾ ਹੋ ਜਾਵੇ, ਭਰੇ ਹੱਥਾਂ ਵਾਲੇ ਹੱਥ ਖਾਲੀ ਹੋ ਜਾਵਣ। ਭਾਈ ਤਪੀ, ਜਿਸ ਨੇ ਸਾਈਆਂ ਜੀ ਦੀ ਸੇਧ ਅੰਦਰ ਬੰਨ੍ਹ ਲਈ ਅਤੇ ਉਸ ਦੀ ਪ੍ਰਾਪਤੀ ਦੀ ਰੁਚੀ ਅੰਦਰ ਧਾਰ ਲਈ, ਉਸਨੇ ਪਰਮ ਪਰਮੇਸ਼ਵਰ ਅਕਾਲ ਪੁਰਖ ਨੂੰ ਪਾ ਲਿਆ। ਜਿਸ ਨੇ ਪ੍ਰੇਮ ਨਾ ਕੀਤਾ ਉਸ ਦੀ ਕਾਲ ਵਿਰਥੀ ਹੀ ਚਲੀ ਗਈ। ਇਹ ਵਾਕ ਸੁਣ ਕੇ ਤਪੀ ਦੇ ਮਨੋਂ ਸੁੱਤੇ ਪਏ ਦੀ ਜਾਗ ਖੁੱਲੀ। ਤਪ ਨਾਲ ਸੋਧੇ ਹੋਏ ਮਨ ਦੇ ਅੰਦਰੋਂ ਸੇਧ ਸਿੱਧੀ ਪਾ ਲਈ। ਪ੍ਰਤੱਖ ਦਰਸ਼ਨ ਖਿੱਚਾਂ ਮਾਰ ਰਹੇ ਸਨ। ਪਿਆਰ ਦੀ ਝਰਨਾਹਟ ਛੂਹ ਨਾਲ ਛਿੜ ਗਈ। ਤਪੀ ਨੇ ਗੁਰੂ ਜੀ ਦੇ ਦਰਸ਼ਨ ਪਾ ਕੇ ਅੰਤਰ ਆਤਮੇ ਠੰਡ ਪਾ ਲਈ ਸੀ ਤੇ ਮੁੜ ਮੁੜ ਕੇ ਉਹ ਗੁਰੂ ਜੀ ਦੇ ਦਰਸ਼ਨ ਕਰਕੇ ਇਸ ਰਸ ਦਾ ਸਵਾਦ ਲੈ ਰਿਹਾ ਸੀ। ਗੁਰੂ ਜੀ ਦੇ ਦਰਸ਼ਨ ਕਰਕੇ ਤਪੀ ਦੇ ਅੰਦਰ ਮਗਨਤਾ ਛਾ ਰਹੀ ਸੀ ਤੇ ਰਸਨਾ ਅਮੋਲ ਹੋ ਰਹੀ ਸੀ। ਦਾਤਾ ਜੀ ਸਿਰ ਤੇ ਹੱਥ ਫੇਰ ਰਹੇ ਸਨ। ਉਹ ਗੋਡਿਆਂ ਦੇ ਭਾਰ ਹੋਇਆ, ਸਿਰ ਨਿਹਾੜੇ ਹੱਥ ਜੋੜੇ ਖੜਾ ਸੀ। ਸੰਝਾਂ ਦਾ ਵੇਲਾ, ਦੋ ਪਿੜ ਮਿਲ ਰਹੇ ਸਨ। ਸ਼ਾਂਤੀ ਤੇ ਚੁੱਪ ਚਾ ਰਹੀ ਸੀ। ਸੰਗਮ ਹੋ ਰਿਹਾ ਸੀ। ਦਿਨ ਤੇ ਰਾਤ ਦੇ ਰੂਪ ਵਿੱਚ ਕਾਲ ਦਾ ਸੰਝਾ ਦਾ ਰੂਪ ਲੈ ਕੇ ਸੰਗਮ ਹੋ ਰਿਹਾ ਸੀ। ਦੇਸ ਦਾ ਇੱਕ ਟਿਕਾਣੇ ਤਪਸਵੀ ਤੇ ਬਰਦਾਤੇ ਦੇ ਇਕੱਠੇ ਹੋ ਜਾਣ ਦਾ ਸੰਗਮ ਹੋ ਰਿਹਾ ਸੀ। ਮੰਗ ਤੇ ਮਿਹਰ ਦੇ ਆਮੋ ਸਾਹਮਣੇ ਆ ਜਾਣ ਦਾ, ਜਗਿਆਸਾ ਤੇ ਪ੍ਰਸ਼ਾਦ ਦੇ ਢੁੱਕ ਪੈਣ ਦਾ ਸੰਗਮ ਹੋ ਰਿਹਾ ਸੀ। ਵਸਤੂ ਦਾ ਹੱਡੀ ਝੋਲੀ ਤੇ ਵਿੱਚ ਪੈ ਰਹੇ ਨਾਮ ਪ੍ਰਸ਼ਾਦ ਦਾ ਸੰਗਮ ਹੋ ਰਿਹਾ ਸੀ। ਤਪੀ ਗੁਰੂ ਜੀ ਦੇ ਚਰਨਾਂ ਵਿੱਚ ਆਪਣੀ ਲਿਵ ਲਾ ਰਿਹਾ ਸੀ। ਉਸ ਦਾ ਮਨ ਗੁਰੂ ਜੀ ਦੇ ਚਰਨਾਂ ਤੇ ਲਵਲੀਨ ਹੋ ਰਿਹਾ ਸੀ ਤੇ ਉਸ ਦੇ ਅੰਦਰ ਇਕਾਗਰਤਾ ਚਿੱਤ ਆ ਰਹੀ ਸੀ ਤੇ ਗੁਰੂ ਮਹਾਰਾਜ ਜੀ ਦੀ ਮਿਹਰ ਉਸ ਤੇ ਵਰਸ ਰਹੀ ਸੀ। ਉਧਰ ਦੀਵਾਨ ਵਿੱਚ ਸੋਦਰ ਰਹਿ ਰਾਜ ਸਾਹਿਬ ਜੀ ਦਾ ਭੋਗ ਪੈ ਗਿਆ। ਫਿਕਰ ਹੋ ਰਿਹਾ ਹੈ ਕਿ ਸਾਹਿਬ ਨਹੀਂ ਆਏ, ਸੁਖ ਸ਼ਾਂਤ ਹੋਵੇ। ਇੱਧਰ ਸਮੁੰਦਰ ਗੁਰੂ ਉਛਲ ਉਛਲ ਕੇ ਕਸ਼ਟਾਂ ਝਾਕਦੀ, ਅਟਕਦੀ ਫਟਕਦੀ, ਟਕਰਾਉਂਦੀ ਘਬਰਾਉਂਦੀ ਨਦੀ ਨੂੰ ਲੈਣ ਆਪੇ ਵਿੱਚ ਲੈ ਕੇ ਉਛਾਲੇ ਵਿੱਚ ਹੈ। ਜਵਾਰ ਭਾਟੇ ਵਾਂਗੂ ਰੇਤ ਥੱਲੇ ਚੀਰ ਕੇ ਅੱਗੋਂ ਨਦੀ ਨੂੰ ਆ ਮਿਲਿਆ ਹੈ ਤੇ ਆਪਣੀ ਕਲਾਈ ਵਿੱਚ ਲੈ ਕੇ ਉਸ ਨੂੰ ਠੰਡ ਪਾ ਰਿਹਾ ਹੈ, ਨਿਰਮਲ ਕਰ ਰਿਹਾ ਹੈ, ਆਪਣੇ ਸਰੂਪ ਵਿੱਚ ਵਸਾ ਰਿਹਾ ਹੈ। ਅਚਾਨਕ ਦਰਸ਼ਨਾਂ ਨਾਲ ਤਪੀ ਪ੍ਰੇਮ ਦੇ ਅਡੋਲੇ ਚੜ ਗਿਆ। ਸਵੱਛ ਹਿਰਦੇ ਦੇ ਪ੍ਰੇਮ ਰਸ ਨੂੰ ਦਾਤਾ ਵੀ ਮਾਣ ਰਿਹਾ ਸੀ, ਮਾਣ ਦੇ ਰਿਹਾ ਸੀ ਤੇ ਆਪਣੇ ਸਮਾਨ ਕਰ ਰਿਹਾ ਹੈ। ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ। ਟਿਕੀ ਰਹੇ ਇਹ ਪ੍ਰੇਮ ਰਸ ਨਾਲ ਡੁੱਲ ਡੁੱਲ ਪੈ ਰਹੀ ਪ੍ਰੇਮ ਮੂਰਤੀ ਪ੍ਰੇਮੀਆਂ ਦੇ ਹਿਰਦੇ ਵਿੱਚ ਵਸ ਰਹੀ ਸੀ। ਰਾਤ ਬੀਤ ਗਈ ਜਿਵੇਂ ਬੀਤਦੀ ਹੈ ਸ਼ੈ ਲੱਖਾਂ ਵਹਿਵਾਂ ਤੋਂ, ਜਦੋਂ ਨਹੀਂ ਸੀ ਆਦਮੀ ਧਰਤੀ ਉੱਤੇ, ਜਦੋਂ ਤੋਂ ਇਹ ਹੋਇਆ ਹੈ। ਇੱਥੇ ਆ ਵਸੀ। ਦਿਨ ਅਜੇ ਨਹੀਂ ਸੀ ਚੜ੍ਹਿਆ ਕਿ ਟੋਡੇ ਵਿੱਚ ਸਤਿਗੁਰ ਜੀ ਦੇ ਦਰਬਾਰ ਵਿੱਚ ਆਸਾ ਦੀ ਵਾਰ ਦਾ ਭੋਗ ਪੈ ਗਿਆ। ਭੋਗ ਪੈਂਦੇ ਸਾਰ ਕੂਚ ਦਾ ਨਗਾਰਾ ਵੱਜ ਪਿਆ। ਘੜਿਆਲ ਦੀ ਫਰਿਆਦ ਉੱਚੀ ਹੋ ਪਈ। ਲੱਗ ਪਈ ਦੱਸਣ ਕਿ ਕਾਫਲੇ ਚਲੋ ਕੂਚ ਹੈ। ਜਿੱਥੇ ਰਾਤ ਕੱਟਣੀ ਹੈ ਮੁਕਾਮ ਨਹੀਂ ਸੀ, ਇਹ ਤਾਂ ਰਹਿਣ ਵਸੇਰਾ ਸੀ। ਮੁਸਾਫਰੋ, ਦਾਸਾ ਜੀ ਦੇ ਸਿਪਾਹੀਓ, ਉੱਠੋ ਹੁਣ ਕੂਚ ਹੈ।
ਹਾਂ ਭਾਈ, ਜਿਨ੍ਹਾਂ ਕੂਚ ਸਮਝੀ ਉਹੀ ਸੁਚੇਤ ਰਹੇ, ਤੇ ਜਿਨ੍ਹਾਂ ਨੇ ਇਸ ਜਗਤ ਨੂੰ ਆਪਣਾ ਅਸਲੀ ਮੁਕਾਮ ਸਮਝਿਆ ਉਹ ਅਚੇਤ ਰਹੇ, ਭੁੱਲ ਰਹੇ। ਘੜਿਆਲ ਨੇ ਵਸ ਕੀਤੀ, ਦਮਾਦਮ ਵੱਜ ਪਿਆ, ਦਮਾਮੇ ਵਾਲੇ ਊਂਠ ਜੀ ਅੱਗੇ ਹੋ ਤੁਰੇ, ਮਗਰ ਹੋਰ ਵਹੀਰ ਤੁਰ ਪਿਆ, ਤੇ ਤੁਰ ਪਏ ਸੋਹਣੇ ਬਾਕੇ ਘੋੜੇ ਤੇ ਸਵਾਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਜਿਨ੍ਹਾਂ ਦੇ ਇੱਕ ਹੱਥ ਵਿੱਚ ਤਲਵਾਰ ਹੈ ਤੇ ਇੱਕ ਹੱਥ ਵਿੱਚ ਸਿਮਰਨ ਦੀ ਦਾਤ ਹੈ। ਇੱਕ ਮੁੰਡੇ ਤੇ ਕਿਰਪਾਨ ਲਟਕ ਰਹੀ ਹੈ ਤੇ ਦੂਜੇ ਉੱਤੇ ਜਗਤ ਦਾ ਭਾਰ, ਹਰਨਹਾਰੀ ਬਖਸ਼ਿਸ਼ਾਂ ਨਾਲ ਭਰੀ ਥੈਲੀ ਲਟਕ ਰਹੀ ਹੈ। ਇਸ ਤਰ੍ਹਾਂ ਗੁਰੂ ਮਹਾਰਾਜ ਜੀ ਨੇ ਉਸ ਤਪੀ ਦਾ ਉਧਾਰ ਕੀਤਾ, ਉਸਦੇ ਮਨ ਅੰਦਰ ਦੀ ਸੇਧ ਨੂੰ ਸਿੱਧੇ ਰਸਤੇ ਤੇ ਪਾਇਆ। ਉਸਦੇ ਮਨ ਜੋ ਵਿਕਾਰਾਂ ਵਿੱਚ ਭਟਕ ਰਿਹਾ ਸੀ, ਉਸਨੂੰ ਪ੍ਰਭੂ ਦੀ ਲਿਵ ਲਾ ਕੇ ਜਿਸ ਦੇ ਉਹ ਦਰਸ਼ਨ ਕਰਨਾ ਚਾਹੁੰਦਾ ਸੀ, ਉਸ ਨੂੰ ਗੁਰੂ ਜੀ ਵਿੱਚੋਂ ਉਹੀ ਦਰਸ਼ਨ ਮਿਲੇ। ਉਹ ਧੰਨ ਹੋ ਗਿਆ ਤੇ ਉਹ ਅਕਾਲ ਪੁਰਖ ਨਾਲ ਲਿਵਲੀਨ ਹੋ ਗਿਆ। ਇਸ ਤਰ੍ਹਾਂ ਗੁਰੂ ਮਹਾਰਾਜ ਜੀ ਅੱਗੇ ਤੁਰੇ ਜਾ ਰਹੇ ਹਨ। ਦੀਨ ਦੁਨੀਆ ਦੇ ਮਾਲਕ ਇਸ ਸੰਸਾਰ ਨੂੰ ਧਾਰਨ ਲਈ ਆਏ ਹਨ ਤੇ ਧਾਰ ਰਹੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ